ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਨੂੰ ਸਮਰਪਿਤ ਆਜ਼ਾਦੀ ਕਾ ਸਫ਼ਰ ਤਹਿਤ ਅਸੀਂ ਭਾਰਤ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਵੱਖ-ਵੱਖ ਮੰਨੇ ਪਰਮੰਨੇ ਅਤੇ ਗੁਮਨਾਮ ਆਜ਼ਾਦੀ ਸੰਗਰਾਮੀਆਂ ਦੇ ਜੀਵਨ ਦੇ ਪਹਿਲੂਆਂ ਤੋਂ ਤੁਹਾਨੂੰ ਜਾਣੂ ਕਰਵਾਉਂਦੇ ਹਾਂ। ਇਸ ਤੋਂ ਇਲਾਵਾ ਆਜ਼ਾਦੀ ਦੇ ਸੰਘਰਸ਼ ਨਾਲ ਜੁੜੀਆਂ ਹੋਰ ਗਤੀਵਿਧੀਆਂ ਬਾਰੇ ਵੀ ਦੱਸਦੇ ਹਾਂ। ਅੱਜ ਦੀ ਕੜੀ ਵਿੱਚ ਅਸੀਂ ਤੁਹਾਨੂੰ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀਆਂ ਮਾਨਵੇਂਦਰ ਨਾਥ ਰॉय ਤੇ ਅਨੰਤ ਸਿੰਘ ਬਾਰੇ ਜਾਣਕਾਰੀ ਦੇ ਰਹੇ ਹਾਂ। ਅੱਜ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਮਾਨਵੇਂਦਰ ਨਾਥ ਰॉय ਨੂੰ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਦੇਹਾਂਤ 25 ਜਨਵਰੀ 1954 ਨੂੰ ਹੋਇਆ ਸੀ। ਮਾਨਵੇਂਦਰ ਨਾਥ ਰॉय ਦਾ ਜਨਮ 22 ਮਾਰਚ 1887 ਨੂੰ ਪੱਛਮ ਬੰਗਾਲ ਦੇ ਉੱਤਰ 24 ਪਰਗਣਾ ਦੇ ਅਬੇਲੀਆ ਵਿੱਚ ਹੋਇਆ ਸੀ। 19ਵੀਂ ਸ਼ਤਾਬਦੀ ਦੀ ਆਖਿਰ ਵਿੱਚ ਬੰਗਾਲ ਵਿੱਚ ਕ੍ਰਾਂਤੀਕਾਰੀ ਰਾਸ਼ਟਰਵਾਦ ਦਾ ਪ੍ਰਸਾਰ ਸ਼ੁਰੂ ਹੋਇਆ। ਰॉय ਇਸ ਅੰਦੋਲਨ ਨਾਲ ਜੁੜੇ ਅਤੇ ਬੰਕਿਮ ਚੰਦਰ ਚੈਟਰਜੀ ਅਤੇ ਵਿਵੇਕਾਨੰਦ ਦੇ ਲੇਖਣ ਤੋਂ ਪ੍ਰੇਰਿਤ ਹੋਏ। ਬੰਗਾਲ ਦੀ ਵੰਡ ਦੇ ਬਾਅਦ ਉਹ ਉਗਰਵਾਦੀ ਰਾਸ਼ਟਰਵਾਦੀਆਂ ਦੇ ਸੰਪਰਕ ਵਿੱਚ ਆਏ ਅਤੇ ਉਨ੍ਹਾਂ ਦੀ ਅਰਬਿੰਦੋ ਕੋਸ਼ ਦੀ ਅਨੁਸ਼ੀਲਨ ਕਮੇਟੀ ਨਾਲ ਜਾਣ ਪਹਿਚਾਣ ਕਰਵਾਈ ਗਈ। ਉਨ੍ਹਾਂ ਨੇ ਬਾਗਾ ਯਤਨ ਦੇ ਨਾਲ ਕੰਮ ਕੀਤਾ। 1910 ਵਿੱਚ ਹਾਵੜਾ ਸਿਪੁਰ ਸਾਜ਼ਿਸ਼ ਮਾਮਲੇ ਵਿੱਚ ਮਾਨਵੇਂਦਰ ਨਾਥ ਰॉय ਨੂੰ ਗ੍ਰਿਫਤਾਰ ਕਰ ਲਿਆ ਗਿਆ। ਰਿਹਾ ਹੋਣ ਤੋਂ ਰॉय ਨੇ ਸੰਨਿਆਸੀ ਦੀ ਆੜ ਵਿੱਚ 1914 ਤੱਕ ਯਾਤਰਾ ਕੀਤੀ। ਪਹਿਲੇ ਵਿਸ਼ਵ ਯੁੱਧ ਵਿੱਚ ਇੱਕ ਦੂਤ ਬਰਲਿਨ ਤੋਂ ਕਲਕੱਤਾ ਆਇਆ ਅਤੇ ਉਸਨੇ ਕ੍ਰਾਂਤੀਕਾਰੀਆਂ ਨੂੰ ਜਰਮਨੀ ਵੱਲੋਂ ਫੌਜ ਅਤੇ ਵਿੱਤੀ ਸਹਾਇਤਾ ਲਈ ਭਰੋਸਾ ਦਿੱਤਾ। ਰॉय ਨੂੰ ਜਰਮਨ ਮਹਾਵਪਾਰ ਦੂਤ ਦੇ ਨਾਲ ਗੱਲਬਾਤ ਕਰਨ ਲਈ ਬਟਾਵੀਆ ਭੇਜਿਆ ਗਿਆ ਸੀ। ਇਹ ਵਿਵਸਥਾ ਕੀਤੀ ਗਈ ਸੀ ਕਿ ਹਥਿਆਰ ਅਤੇ ਗੋਲਾ ਬਾਰੂਦ ਦੀ ਖੇਪ ਸੁੰਦਰਬਨ ਖੇਤਰ ਵਿੱਚ ਪਹੁੰਚਾਈ ਜਾਵੇਗੀ, ਪਰੰਤੂ ਹਥਿਆਰ ਉੱਥੇ ਨਹੀਂ ਪਹੁੰਚੇ। ਮਾਨਵੇਂਦਰ ਨਾਥ ਰॉय ਵਾਪਸ ਬਟਾਵੀਆ ਗਏ ਅਤੇ ਵੇਖਿਆ ਕਿ ਜਰਮਨ ਰਾਜਨੀਤਿਕਾਂ ਦੇ ਸਹਿਯੋਗ ਦੀ ਕੋਈ ਉਮੀਦ ਨਹੀਂ ਸੀ। ਉਨ੍ਹਾਂ ਨੇ ਹਥਿਆਰਾਂ ਤੋਂ ਬਿਨਾਂ ਭਾਰਤ ਨਾ ਵਾਪਸ ਆਉਣ ਦਾ ਸੰਕਲਪ ਲਿਆ। ਮਾਨਵੇਂਦਰ ਨਾਥ ਰॉय ਨੇ ਭਾਰਤ, ਚੀਨ, ਫਿਲੀਪੀਨਜ਼, ਕੋਰੀਆ, ਜਾਪਾਨ ਅਤੇ ਯੂਨਾਈਟਿਡ ਸਟੇਟ ਅਮਰੀਕਾ ਵਿੱਚ ਕ੍ਰਾਂਤੀਕਾਰੀਆਂ ਨਾਲ ਸੰਪਰਕ ਕਰਕੇ ਆਪਣੇ ਮਿਸ਼ਨ ਨੂੰ ਅੱਗੇ ਵਧਾਇਆ। ਅਮਰੀਕੀ ਪੁਲਿਸ ਨੇ 1917 ਵਿੱਚ ਜਦ ਅਮਰੀਕਾ ਵਿੱਚ ਭਾਰਤੀ ਕ੍ਰਾਂਤੀਕਾਰੀਆਂ ਨੂੰ ਜਰਮਨ ਜਾਸੂਸਾਂ ਦੇ ਰੂਪ ਵਿੱਚ ਘੇਰਨਾ ਸ਼ੁਰੂ ਕੀਤਾ, ਰॉय ਮੈਕਸੀਕੋ ਚਲੇ ਗਏ। ਉਨ੍ਹਾਂ ਨੇ ਮੌਨਸੇ ਸਿਧਾਂਤ ਦੀ ਅਮਰੀਕਾ ਦੀ ਵਿਦੇਸ਼ ਨੀਤੀ ਤੇ ਵਿਚਾਰ ਪ੍ਰਗਟ ਕੀਤੇ ਅਤੇ ਲੇਖ ਪ੍ਰਕਾਸ਼ਿਤ ਕੀਤੇ, ਜਿਸ ਨਾਲ ਸਨਸਨੀ ਫੈਲ ਗਈ। ਲੈਨਿਨ ਨੇ ਜੁਲਾਈ-ਅਗਸਤ 1920 ਦੇ ਦੌਰਾਨ ਰॉय ਨੂੰ ਮਾਸਕੋ ਵਿੱਚ ਕਮਿਊਨਿਸਟ ਇੰਟਰਨੈਸ਼ਨਲ ਦੀ ਦੂਜੀ ਵਿਸ਼ਵ ਕਾਂਗਰਸ ਵਿੱਚ ਹਿੱਸਾ ਲੈਣ ਲਈ ਸੱਦਿਆ। ਬਾਅਦ ਵਿੱਚ ਰॉय ਨੂੰ ਕਮਿਊਨਿਸਟ ਇੰਟਰਨੈਸ਼ਨਲ ਦੇ ਏਸ਼ੀਆਈ ਬਿਊਰੋ ਦਾ ਪ੍ਰਭਾਰੀ ਬਣਾਇਆ ਗਿਆ, ਜਿਸ ਦਾ ਮੁੱਖ ਦਫ਼ਤਰ ਤਸ਼ਕੰਦ ਵਿੱਚ ਸੀ। ਰॉय 1930 ਵਿੱਚ ਭਾਰਤ ਆਏ ਅਤੇ ਉਨ੍ਹਾਂ ਨੂੰ ਫੜ ਲਿਆ ਗਿਆ ਅਤੇ ਦੇਸ਼ ਧਰੋਹ ਦਾ ਮੁਕੱਦਮਾ ਚਲਾਇਆ ਗਿਆ। ਨਵੰਬਰ 1936 ਵਿੱਚ ਰਿਹਾ ਹੋਣ ਮਗਰੋਂ ਰॉय ਭਾਰਤੀ ਰਾਸ਼ਟਰੀ ਕਾਂਗਰਸ ਵਿੱਚ ਸ਼ਾਮਲ ਹੋ ਗਏ। ਉਨ੍ਹਾਂ ਨੇ ਸਹਿਯੋਗੀ ਦੇਸ਼ ਦੀਆਂ ਸ਼ਕਤੀਆਂ ਦਾ ਸਮਰਥਨ ਕੀਤਾ, ਕਿਉਂਕਿ ਉਨ੍ਹਾਂ ਦਾ ਵਿਚਾਰ ਸੀ ਕਿ ਸਾਮਰਾਜਵਾਦ ਨੂੰ ਅਸਵੀਕਾਰ ਕਰਨਾ ਫਾਸੀਵਾਦ ਤੋਂ ਘੱਟ ਬੁਰਾ ਹੈ, ਜੋ ਉਨ੍ਹਾਂ ਦੀ ਨਜ਼ਰ ਵਿੱਚ ਮਨੁੱਖੀ ਜਾਤੀ ਲਈ ਇੱਕ ਵੱਡਾ ਖਤਰਾ ਸੀ। ਰॉय ਨੇ ਸੰਘੀ ਆਧਾਰ ਤੇ ਸੰਵਿਧਾਨ ਸਭਾ ਬਣਾਉਣ ਅਤੇ ਘੱਟ ਗਿਣਤੀ ਭਾਈਚਾਰਿਆਂ ਅਤੇ ਖੇਤਰਾਂ ਦੇ ਅਧਿਕਾਰਾਂ ਨੂੰ ਮਾਨਤਾ ਦੇਣ ਲਈ ਗੈਰ ਪਾਰਟੀ ਆਧਾਰ ਤੇ ਚੋਣਾਂ ਕਰਾਉਣ ਦੀ ਹਿਮਾਇਤ ਕੀਤੀ। ਅੱਜ ਅਸੀਂ ਕ੍ਰਾਂਤੀਕਾਰੀ ਸੁਤੰਤਰਤਾ ਸੈਨਾਨੀ ਅਨੰਤ ਸਿੰਘ ਨੂੰ ਵੀ ਯਾਦ ਕਰ ਰਹੇ ਹਾਂ, ਜਿਨ੍ਹਾਂ ਦਾ ਦੇਹਾਂਤ 25 ਜਨਵਰੀ 1979 ਨੂੰ ਹੋਇਆ ਸੀ। ਉਹ ਚਟਗਾਮ ਅਸਲਾ ਘਰ ਦੀ ਕ੍ਰਾਂਤੀਕਾਰੀ ਛਾਪੇਮਾਰੀ ਦੇ ਮੋਹਰੀ ਹਿੱਸੇਦਾਰਾਂ ਵਿੱਚੋਂ ਇੱਕ ਸਨ। ਅਨੰਤ ਸਿੰਘ ਦਾ ਜਨਮ 1 ਦਸੰਬਰ 1903 ਨੂੰ ਚਟਗਾਮ ਵਿੱਚ ਹੋਇਆ ਸੀ। ਉਹ ਸਕੂਲ ਵਿੱਚ ਹੀ ਸਨ ਜਦੋਂ ਉਨ੍ਹਾਂ ਦੀ ਜਾਣ ਪਹਿਚਾਣ ਮਾਸਟਰ ਦਾ ਸੂਰਿਆ ਸੇਨ ਨਾਲ ਹੋਈ। ਅਨੰਤ ਸਿੰਘ ਨੇ ਪੜ੍ਹਾਈ ਛੱਡ ਦਿੱਤੀ ਅਤੇ ਜਲਦੀ ਹੀ ਸੂਰਿਆ ਸੇਨ ਦੇ ਸਭ ਤੋਂ ਕਰੀਬੀ ਸਹਿਯੋਗੀਆਂ ਵਿੱਚੋਂ ਇੱਕ ਬਣ ਗਏ। ਅਨੰਤ ਸਿੰਘ ਦੀ ਸੰਗਠਨਾਤਮਕ ਕੁਸ਼ਲਤਾ ਅਤੇ ਪ੍ਰਭਾਵੀ ਪ੍ਰਬੰਧਨ ਨਾਲ ਚਟਗਾਮ ਅਸਲਾ ਘਰ ਦੀ ਛਾਪੇਮਾਰੀ ਵਿੱਚ ਬਹੁਤ ਸਹਾਇਤਾ ਮਿਲੀ। ਜਦ ਉਨ੍ਹਾਂ ਨੇ ਅਤੇ ਉਨ੍ਹਾਂ ਦੇ ਸਮੂਹ ਨੇ ਇਸ ਘਟਨਾ ਵਿੱਚ ਚਟਗਾਮ ਦਾ ਕੰਟਰੋਲ ਗਵਾ ਲਿਆ, ਤਦ ਉਨ੍ਹਾਂ ਨੇ ਚੰਦਨ ਨਗਰ ਦੇ ਫਰਾਂਸੀਸੀ ਖੇਤਰ ਵਿੱਚ ਸ਼ਰਨ ਲਈ, ਪਰੰਤੂ ਆਪਣੇ ਸਾਥੀਆਂ ਦੇ ਮੁਕੱਦਮੇ ਅਤੇ ਅਤਿਆਚਾਰ ਦੀ ਖਬਰ ਸੁਣ ਕੇ ਕੋਲਕਾਤਾ ਵਿੱਚ ਪੁਲਿਸ ਕਮਿਸ਼ਨਰ ਦੇ ਸਾਹਮਣੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੇ ਵਿਸਫੋਟ ਨਾਲ ਜੇਲ੍ਹ ਨੂੰ ਉਡਾਉਣ ਦੀ ਯੋਜਨਾ ਬਣਾਈ, ਪਰੰਤੂ ਜੇਲ੍ਹ ਦੀ ਦੀਵਾਰ ਤੇ ਬੰਬ ਲਗਾਉਂਦੇ ਹੋਏ ਫੜੇ ਗਏ। ਅਨੰਤ ਸਿੰਘ ਤੇ 9 ਹੋਰਨਾਂ ਨੂੰ ਅੰਡੇਮਾਨ ਦੀਪ ਭੇਜ ਦਿੱਤਾ ਗਿਆ। ਉਨ੍ਹਾਂ ਨੇ ਜੇਲ੍ਹ ਅੰਦਰ ਭੁੱਖ ਹੜਤਾਲ ਸ਼ੁਰੂ ਕੀਤੀ।
ਰਬਿੰਦਰਨਾਥ ਦੇ ਦਖਲ ਦੇਣ ਤੇ ਉਨ੍ਹਾਂ ਨੂੰ ਭਾਰਤ ਦੀ ਮੁੱਖ ਭੂਮੀ ਦੀ ਇੱਕ ਜੇਲ੍ਹ ਵਿੱਚ ਭੇਜ ਦਿੱਤਾ ਗਿਆ। ਆਜ਼ਾਦੀ ਤੋਂ 1 ਸਾਲ ਪਹਿਲਾਂ 1946 ਵਿੱਚ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾ ਕਰ ਦਿੱਤਾ ਗਿਆ। ਅਨੰਤ ਸਿੰਘ ਨੇ ਕ੍ਰਾਂਤੀਕਾਰੀ ਦੇ ਰੂਪ ਵਿੱਚ ਆਪਣੇ ਤਜਰਬਿਆਂ ਬਾਰੇ ਕਈ ਪੁਸਤਕਾਂ ਲਿਖੀਆਂ। ਉਨ੍ਹਾਂ ਨੂੰ ਵਰਣਨਯੋਗ ਰਚਨਾਵਾਂ ਵਿੱਚ ਚਟਗਰਾਮ ਯੁਵਾ ਵਿਦਰੋਹ, ਅਗਨੀਗਰਭ ਚਟਗਰਾਮ, ਮਾਸਟਰ ਦਾ ਅਤੇ ਹਰਮਨ ਪਿਆਰੀ ਉਹ ਸਾਧਨਾ ਸ਼ਾਮਲ ਹੈ। ਅਸੀਂ ਇਸ ਕ੍ਰਾਂਤੀਕਾਰੀ ਨੂੰ ਨਮਨ ਕਰਦੇ ਹਾਂ।